इन्हां आर्ਡੀਨੈਂਸਾਂ ਦੇ खिलाफ ਅਸੀਂ ਧਰਨੇ ਦਿੱਤੇ, ਅਸੀਂ ਪ੍ਰਦਰਸ਼ਨ ਕੀਤਾ, ਅਸੀਂ ਪੁਰਜ਼ੋਰ ਵਿਰੋਧ ਕੀਤਾ कि ਸਾਡੇ ਨਾਲ ਇਹ ਗਲਤ ਕੰਮ नहीं होना चाहिए। पर इस सब के बावजूद साडी गल्लां नूं अणदेखिया करते हुए बीजेपी सरकार ने ये आर्ਡੀਨੈਂਸਾਂ नूं पास करके साडे मूँह ते स्पैशली साडे किसानां दे मूँह ते थप्पड़ तक मार दिता। तो बाकी बचियां राजनीतिक पार्टियां ते नेतावां चों ज़्यादातर जिस तरीके का विरोध सोशल मीडिया या चैनलों पर कर रहे हैं उहदा कोई फायदा नहीं, वो सही तरीके का विरोध है ही नहीं। ਆਪਾਂ ਇਹਦੇ ਬਾਰੇ ਅੱਗੇ ਵੀ ਗੱਲ ਕਰਾਂਗੇ कि सही तरीके ਨਾਲ ਵਿਰੋਧ ਕਿੱਦਾਂ ਹੋ ਸਕਦਾ ਸੀ ਤੇ ਸਾਡੇ ਇਹਨਾਂ ਨੇਤਾਵਾਂ ਕੋਲ ਕਿੰਨੀਆਂ ਕੁ ਪਾਵਰਾਂ ਨੇ ਕਿ ਸੰਸਦ ਦੇ ਵਿੱਚ ਉਹ ਚੀਜ਼ ਦਾ ਪੁਰਜ਼ੋਰ ਵਿਰੋਧ ਕਰਦੇ, ਪਰ ਇਹਨਾਂ ਨੇ ਨਹੀਂ ਕੀਤਾ। ਤੇ ਜਿੰਨਾ ਕਿ ਸਮਝ ਆ ਰਿਹਾ ਇਹ ਵਿਰੋਧ ਸਿਰਫ ਤੇ ਸਿਰਫ 2022 ਦੀਆਂ ਪੰਜਾਬ ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖ ਕੇ ਕੀਤਾ ਜਾ ਰਿਹਾ ਤੇ ਇਸ ਵਾਰ ਮੋਢਾ ਕਿਸਾਨ ਦਾ ਹੋਵੇਗਾ। क्योंकि जे सही मायने दे विच तुसीं ध्यान दिता होवे 2 दिन पहला ये मुद्दा ये मामला एक्टां दा सी, आर्ਡੀਨੈਂਸਾਂ दा सी ते उन्हां दे विरोध दा सी। पर जदों दा हरसिमरत बादल ने अस्तीफा दिता है तो सारा मामला हरसिमरत के अस्तीफे का हो गया है। एक पार्टी कहती है जी देखो असी किसानां पिछे या पंजाब पिछे अस्तीफा देता, दूजी पार्टी कहती है जी देखो असी किसानां पिछे ते पंजाब पिछे इस पार्टी तो या इस हरसिमरत बादल तो अस्तीफा दवाता। एक पार्टी कहती है जी ये अस्तीफा तो जी नटंकी आ, इसदा कोई फायदा नहीं, ये कुछ नहीं हैगा। सारा दा सारा मामला अस्तीफे का पंजाब का ते पंजाब दीयां चोणां दा बन के रह गया। ਜਾਂ ਤਾਂ ਹੁਣ ਸਾਨੂੰ ਰਾਜਨੀਤੀ ਸਮਝ ਨਹੀਂ ਆਉਂਦੀ ਜਾਂ ਰਾਜਨੀਤੀ ਸਾਨੂੰ ਬਹੁਤ ਜ਼ਿਆਦਾ ਸਮਝ ਚੁੱਕੀ ਆ। ਮੇਰੇ ਹਿਸਾਬ ਨਾਲ ਇਹ ਸਾਰੀਆਂ ਚੀਜ਼ਾਂ ਦਾ ਰੀਜ਼ਨ ਹੈਗਾ ਸਾਡੀ ਘੱਟ ਨੌਲੇਜ ਹੋਣਾ ਕਿ ਸਾਨੂੰ ਕੋਈ ਵੀ ਕੁਝ ਆ ਕੇ ਦੱਸ ਦਿੰਦਾ ਅਸੀਂ ਉਹਦੇ ਮਗਰ ਲੱਗ ਜਾਂਦੇ ਆ ਤੇ ਸਹੀ ਥਾਂ ਤੇ ਸਹੀ ਤਰੀਕੇ ਨਾਲ ਵਿਰੋਧ ਨਹੀਂ ਕਰ ਪਾਉਂਦੇ ਤੇ ਸਹੀ ਥਾਂ ਤੇ ਸੱਟ ਨਹੀਂ ਮਾਰ ਪਾਉਂਦੇ। ਕਿਉਂਕਿ ਫੋਰ ਐਗਜ਼ਾਮਪਲ ਜੇ ਮੈਂ ਆਪਣੀ ਲੈ ਲਵਾਂ ਤਾਂ ਜਦੋਂ ਇਹ ਮੁੱਦਾ ਸ਼ੁਰੂ ਹੋਇਆ ਜੇ ਇਹ ਰੌਲਾ ਸ਼ੁਰੂ ਹੋਇਆ ਤਾਂ ਮੈਨੂੰ ਬਹੁਤ ਜ਼ਿਆਦਾ ਅਵੇਅਰਨੈਸ ਨਹੀਂ ਸੀ, ਬਹੁਤ ਜ਼ਿਆਦਾ ਚੀਜ਼ਾਂ ਬਾਰੇ ਪਤਾ ਨਹੀਂ ਸੀ ਕਿ ਮੁੱਦਾ ਹੈ ਕੀ, ਰੌਲਾ ਹੈ ਕਿ ਕਿਸਾਨਾਂ 'ਚ ਰੋਸ ਕਿਸ ਚੀਜ਼ ਦਾ। ਹੋ ਸਕਦਾ ਬਹੁਤ ਸਾਰੇ ਪੜ੍ਹੇ ਲਿਖੇ ਲੋਕਾਂ ਨੂੰ ਪਤਾ ਹੋਵੇ, ਹੋ ਸਕਦਾ ਬਹੁਤ ਸਾਰੇ ਕਿਸਾਨਾਂ ਨੂੰ ਵੀ ਪਤਾ ਹੋਵੇ, ਪਰ ਜਿੰਨਾ ਕੁ ਮੈਂ ਆਪਣੇ ਆਸ-ਪਾਸ ਨੂੰ ਜਾਣਦਾ ਜਾਂ ਮੈਂ ਆਪਣੇ ਆਪ ਨੂੰ ਜਾਣਦਾ ਤਾਂ ਮੋਸਟ ਆਫ ਮੈਜੋਰਟੀ ਨੂੰ ਇਹ ਚੀਜ਼ਾਂ ਬਾਰੇ ਪਤਾ ਹੀ ਨਹੀਂ ਸੀ। ਤੇ ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਅਸੀਂ ਉਹਦੇ ਵਿੱਚ ਫਾਈਟ ਸਹੀ ਤਰੀਕੇ ਨਾਲ ਕਿਵੇਂ ਕਰ ਸਕਦੇ ਹਾਂ। ਉਸ ਤੋਂ ਬਾਅਦ ਇਹ ਸਾਰੀ ਇਨਫੋਰਮੇਸ਼ਨ ਲੈਣ ਤੋਂ ਬਾਅਦ ਜਿੰਨੀ ਮੈਨੂੰ ਸਮਝ ਆਈ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਤੇ ਜਿੰਨੀ ਤੁਹਾਨੂੰ ਸਮਝ ਹੋਊਗੀ ਤੁਸੀਂ ਮੇਰੇ ਨਾਲ ਕਮੈਂਟਾਂ ਜਾਂ ਮੈਸੇਜ 'ਚ ਸ਼ੇਅਰ ਕਰ ਸਕਦੇ ਹੋ। ਕਿਉਂਕਿ ਇਹ ਸਾਰਾ ਮਾਮਲਾ मुद्दा ते लड़ाई मंडियां नाल जुड़ी हुई है। तो चलो समझते हैं कि सरकारी मंडियां कदों शुरू हुई, क्यों शुरू हुई ते किसानां दी जिंदगी च इन्हां दा प्रॉफिट की आ ते जदों इन्हां दे बराबर पैरलर मंडियां प्राइवेट मंडियां शुरू करतीआं जाणगीआं तां कल नूं किसानां नूं की नुकसान हो सकदे ने। असल दे विच ਇਹ सिस्टम 1886 ਦੇ ਵਿੱਚ ਅੰਗਰੇਜ਼ਾਂ ਨੇ ਸ਼ੁਰੂ ਕੀਤਾ ਸੀ ਜਿਹਦੇ ਵਿੱਚ ਨਰਮੇ ਦੀ ਫਸਲ ਦੀ ਸੇਲ ਦੇ ਲਈ ਉਹਨਾਂ ਨੇ ਅਨਾਜ ਦੀ ਮੰਡੀ ਦਾ ਸਿਸਟਮ ਲੈ ਕੇ ਆਂਦਾ ਸੀਗਾ ਜਿਹਦੇ ਵਿੱਚ ਆਲਰੇਡੀ ਜਿਹੜਾ ਨਰਮੇ ਦੀ ਫਸਲ ਸੀਗੀ ਉਹ ਬ੍ਰਿਟੇਨ ਦੀ ਕੰਪਨੀ ਖਰੀਦਦੀ ਸੀ ਪਰ ਉਦੋਂ ਭਾਰਤ ਦੇ ਉੱਤੇ ਅੰਗਰੇਜ਼ ਰਾਜ ਕਰਦੇ ਸੀਗੇ ਇਸ ਕਰਕੇ ਉਹ ਆਪਣੀ ਸਰਕਾਰ ਦੇ ਅੰਡਰ ਇਹ ਸਾਰੇ ਸਿਸਟਮ ਨੂੰ ਲੈ ਕੇ ਆਉਣਾ ਚਾਹੁੰਦੇ ਸੀਗੇ ਤੇ ਉਸ ਤੋਂ ਬਾਅਦ 1947 ਚ ਦੇਸ਼ ਆਜ਼ਾਦ ਹੋ ਗਿਆ ਤੇ ਇਹ ਸਾਰਾ ਸਿਸਟਮ ਸ਼ਾਹੂਕਾਰਾਂ ਤੇ ਕਿਸਾਨਾਂ ਦੀ ਮਿਊਚੁਅਲ ਅੰਡਰਸਟੈਂਡਿੰਗ ਨਾਲ ਚੱਲਣ ਲੱਗ ਗਿਆ ਜਿਹਦੇ ਵਿੱਚ ਸ਼ਾਹੂਕਾਰ ਕਿਸਾਨਾਂ ਨੂੰ ਬੀਜ ਤੇ ਖਾਦ ਪ੍ਰੋਵਾਈਡ ਕਰਦੇ ਸੀ ਉਸ ਤੋਂ ਬਾਅਦ ਸਾਰੀ ਫਸਲ ਨੂੰ ਵੀ ਖਰੀਦਦੇ ਸੀ ਤੇ ਉਹ ਬੀਜ ਤੇ ਖਾਦ ਦੇ ਪੈਸੇ ਕੱਟ ਕੇ ਬਣਦੀ ਰਕਮ ਉਹਨਾਂ ਨੂੰ ਦੇ ਦਿੰਦੇ ਹੁੰਦੇ ਸੀ ਪਰ ਇਹਦੇ ਵਿੱਚ ਫਸਲ ਜਾਂ ਮੁੱਲ ਜਾਂ ਪੈਸੇ ਨੂੰ ਲੈ ਕੇ ਕੋਈ ਵੀ ਕੌਨਫਲਿਕਟ ਹੁੰਦਾ ਸੀ ਤਾਂ ਉਹਦੇ ਲਈ ਕੋਈ ਸਿਸਟਮ ਨਹੀਂ ਸੀਗਾ ਕਿ ਉਹ ਕਿੱਥੇ ਉਹਦੀ ਗੁਹਾਰ ਲਗਾਈ ਜਾਵੇ ਜਾਂ ਉਹਨੂੰ ਕਿਸ ਤਰੀਕੇ ਨਾਲ ਫਾਈਟ ਕੀਤੀ ਜਾਵੇ। ਉਸ ਤੋਂ ਬਾਅਦ ਇੰਡੀਅਨ ਗਵਰਨਮੈਂਟ ਨੇ ਇਹ ਸਾਰੀ ਚੀਜ਼ਾਂ ਤੇ ਕੰਟਰੋਲ ਕਰਨ ਲਈ ਤੇ ਇਹਦੇ ਤੇ ਨਿਗਰਾਨੀ ਰੱਖਣ ਲਈ ਇੱਕ APMC ਨਾਮ ਦਾ ਸਿਸਟਮ ਲੈ ਕੇ ਆਂਦਾ, ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਨਾਮ ਦਾ, ਜਿਹਨੂੰ ਆਪਾਂ ਸਿੱਧੀ ਭਾਸ਼ਾ ਦੇ ਵਿੱਚ ਕਹੀਏ ਕਿ ਸਰਕਾਰੀ ਮੰਡੀਆਂ ਨੂੰ ਹੋਂਦ 'ਚ ਲੈ ਕੇ ਆਂਦਾ। ਇਹਦੇ ਵਿੱਚ ਇੱਕ ਰੂਲ ਬਣਾਇਆ ਗਿਆ ਕਿ ਭਾਰਤ ਦੇ ਕਿਸਾਨਾਂ ਦੀ ਜਿਹੜੀ ਫਸਲਾਂ ਨੇ ਉਹ ਇਸ ਸਰਕਾਰੀ ਮੰਡੀ ਦੇ ਵਿੱਚ ਹੀ ਵੇਚੀਆਂ ਤੇ ਖਰੀਦੀਆਂ ਜਾ ਸਕਦੀਆਂ ਨੇ ਤੇ ਜਿਹੜਾ ਖਰੀਦਦਾਰ ਹੋਊਗਾ, ਜਿਹੜਾ ਵਪਾਰੀ ਹੋਊਗਾ ਉਹਨੂੰ ਫਸਲ ਖਰੀਦਣ ਦੇ ਲਈ ਲਾਇਸੈਂਸ ਬਣਵਾਉਣਾ ਪਊਗਾ ਜਿਹਨੂੰ ਆਪਾਂ ਅੱਜ ਕੱਲ੍ਹ ਆੜਤੀਆ ਲਾਇਸੈਂਸ ਵੀ ਕਹਿੰਦੇ ਆ ਤੇ ਉਹਦੇ ਵਿੱਚ ਵੇਚਣ ਵਾਲਾ ਵੀ ਉਹੀ ਸੀਗਾ ਤੇ ਖਰੀਦਣ ਵਾਲਾ ਵੀ ਉਹੀ ਸੀ ਪਰ ਉਹ ਇੱਕ ਸਿਸਟਮ ਨਾਲ ਜੁੜ ਗਏ ਸੀ ਤੇ ਉਹਦੇ ਤੇ ਸਰਕਾਰੀ ਕੰਟਰੋਲ ਆ ਗਿਆ ਸੀ, ਸਰਕਾਰੀ ਨਿਗਰਾਨੀ ਆ ਗਈ ਸੀ। ਇਹ ਸਿਸਟਮ ਦੇ ਵਿੱਚ ਜਿਹੜੀ ਸਭ ਤੋਂ ਵਧੀਆ ਚੀਜ਼ ਜੁੜੀ ਗਈ ਸੀ ਉਹ ਸੀ MSP ਮਿਨੀਮਮ ਸਪੋਰਟ ਪ੍ਰਾਈਸ ਕਿ ਕੋਈ ਵੀ ਕਿਸਾਨ ਆਪਣੀ ਫਸਲ ਨੂੰ ਕਿਸੇ ਵੀ ਵਪਾਰੀ ਕੋਲੇ ਜਿੰਨੀ ਮਰਜ਼ੀ ਮਹਿੰਗੀ ਮੁੱਲ ਤੇ ਵੇਚ ਸਕਦਾ ਪਰ ਕੋਈ ਵੀ ਵਪਾਰੀ MSP ਮੁੱਲ ਤੋਂ ਥੱਲੇ ਉਹ ਫਸਲ ਨੂੰ ਖਰੀਦ ਨਹੀਂ ਸਕਦਾ। ਤੇ ਇਸ ਸਿਸਟਮ ਦੇ ਵਿੱਚ ਇਹ ਵੀ ਪ੍ਰੋਫਿਟ ਸੀ ਕਿ ਕੋਈ ਵੀ ਵਪਾਰੀ ਆਪਣੀ ਲੋੜ ਦੇ ਅਨੁਸਾਰ ਹੀ ਫਸਲ ਖਰੀਦਦਾ ਸੀ ਤੇ ਕਿਸਾਨ ਦੀ ਜਿਹੜੀ ਬਾਕੀ ਫਸਲ ਬਚ ਜਾਂਦੀ ਸੀ ਉਹਨੂੰ ਖਰੀਦਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੋ ਜਾਂਦੀ ਸੀ ਤੇ ਸਰਕਾਰ ਉਸ ਨੂੰ MSP ਮੁੱਲ ਦੇ ਉੱਤੇ ਖਰੀਦਦੀ ਸੀ ਤੇ ਕਿਸੇ ਵੀ ਕਿਸਾਨ ਦੇ ਲਈ ਕਿਸੇ ਵੀ ਆਸਪੈਕਟ ਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਪ੍ਰੋਫਿਟੇਬਲ ਸੀ ਕਿਉਂਕਿ ਭਾਰਤ ਦੇ ਹਰੇਕ ਰਾਜ ਦੀਆਂ ਫਸਲਾਂ ਅਲੱਗ-ਅਲੱਗ ਨੇ ਇਸ ਕਰਕੇ ਇਹ ਸਾਰਾ ਸਿਸਟਮ ਰਾਜ ਸਰਕਾਰਾਂ ਨੂੰ ਸੰਭਾਲਣ ਲਈ ਦੇ ਦਿੱਤਾ ਗਿਆ ਸੀ। ਉਸ ਤੋਂ ਬਾਅਦ ਇਹਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਵੀ ਆਈਆਂ ਪਰ ਕਿਸਾਨਾਂ ਦੀ ਕਿਸੇ ਤਰ੍ਹਾਂ ਦੀ ਵੀ ਸਟਰਗਲ ਲਈ ਸਰਕਾਰ ਜ਼ਿੰਮੇਵਾਰ ਹੁੰਦੀ ਸੀ ਤੇ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਆਪਣੇ ਆਸ-ਪਾਸ ਆਪਣੇ ਨੇੜੇ ਹੀ ਸਰਕਾਰੀ ਮੰਡੀਆਂ ਮਿਲ ਗਈਆਂ ਸੀ, ਸਥਾਈ ਜਗ੍ਹਾ ਮਿਲ ਗਈ ਸੀ ਤੇ ਉਸ ਤੋਂ ਬਾਅਦ MSP ਵਰਗੀ ਬਹੁਤ ਹੀ ਵਧੀਆ ਪ੍ਰੋਫਿਟੇਬਲ ਚੀਜ਼ ਮਿਲ ਗਈ ਸੀ ਜਿਹਦੇ ਕਰਕੇ ਲੰਮੇ ਸਮੇਂ ਤੋਂ ਇਹ ਸਿਸਟਮ ਚੱਲਦਾ ਆ ਰਿਹਾ ਸੀ।
ਤੇ ਹੁਣ ਜੇ ਗੱਲ ਕਰੀਏ ਇਹਨਾਂ ਆਰਡੀਨੈਂਸਾਂ ਬਾਰੇ, ਇਹਨਾਂ ਆਰਡੀਨੈਂਸਾਂ ਤੋਂ ਬਾਅਦ ਜਿਹੜੇ ਬਦਲਾਅ ਹੋਣੇ ਆ, ਇਹ ਤੋਂ ਬਾਅਦ ਜਿਹੜੀਆਂ ਪ੍ਰਾਈਵੇਟ ਮੰਡੀਆਂ ਆਉਣੀਆਂ, ਉਹਦੇ ਤੇ ਸਰਕਾਰ ਦੀ ਕੋਈ ਵੀ ਜ਼ਿੰਮੇਵਾਰੀ ਨਹੀਂ ਹੋਊਗੀ। ਇਹ ਜਿਹੜੇ ਪ੍ਰਾਈਵੇਟ ਖਰੀਦਦਾਰ ਆਉਣਗੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਮੰਡੀ ਬੋਰਡ ਦੇ ਲਾਇਸੈਂਸ ਦੀ ਲੋੜ ਨਹੀਂ ਪਊਗੀ, ਜਾਂ ਕਹਿ ਲਓ ਕਿ ਆੜ੍ਹਤੀਆ ਲਾਇਸੈਂਸ ਦੀ ਲੋੜ ਨਹੀਂ ਪਊਗੀ। ਤੇ ਉਸ ਤੋਂ ਬਾਅਦ ਨਾ ਹੀ ਉਹਨਾਂ ਦੀ ਜ਼ਿੰਮੇਵਾਰੀ MSP ਤੇ ਉਸ ਫਸਲ ਨੂੰ ਖਰੀਦਣ ਦੀ ਹੋਊਗੀ, ਤੇ ਨਾ ਹੀ ਸਰਕਾਰ ਇਹਦੇ ਤੇ ਕੋਈ ਪੁਆਇੰਟ ਜਾਂ ਕੋਈ ਐਕਸ਼ਨ ਲਊਗੀ। ਤੇ ਦੂਜੀ ਆਰਡੀਨੈਂਸ ਮੁਤਾਬਕ ਕੰਟਰੈਕਟ ਖੇਤੀ ਨੂੰ ਲਿਆਂਦਾ ਜਾਵੇਗਾ। ਜੇ ਸਿੰਪਲ ਭਾਸ਼ਾ 'ਚ ਇਸ ਨੂੰ ਸਮਝੀਏ ਤਾਂ ਕੁਝ ਸਾਲ ਪਹਿਲਾਂ ਪੈਪਸੀਕੋ ਕੰਪਨੀ ਨੇ ਗੁਜਰਾਤ ਦੇ ਕਿਸਾਨਾਂ ਨਾਲ ਇਦਾਂ ਦੇ ਕੰਟਰੈਕਟ ਦੇ ਤਹਿਤ ਹੀ ਆਲੂਆਂ ਦੀ ਖੇਤੀ ਤੇ ਕੰਟਰੈਕਟ ਕੀਤਾ ਸੀਗਾ ਕਿ ਤੁਸੀਂ ਆਲੂ ਬੀਜੋ, ਅਸੀਂ ਉਹ ਸਾਰੇ ਖਰੀਦਾਂਗੇ। ਤਾਂ ਉੱਥੇ ਆਲੂਆਂ ਦੀ ਖੇਤੀ ਬਹੁਤ ਜ਼ਿਆਦਾ ਸ਼ੁਰੂ ਹੋ ਗਈ ਸੀ। ਤਾਂ ਕੁਝ ਸਮੇਂ ਬਾਅਦ ਉਹ ਆਲੂਆਂ ਦੀ ਜਿਹੜੀ ਕੁਆਲਿਟੀ ਸੀ ਮੇਨਟੇਨ ਨਹੀਂ ਹੋਈ, ਤਾਂ ਪੈਪਸੀਕੋ ਨੇ ਉਹ ਸਾਰਾ ਆਲੂ ਖਰੀਦਣ ਤੋਂ ਮਨਾ ਕਰਤਾ ਸੀ। ਤੇ ਜਿਸ ਤੋਂ ਬਾਅਦ ਇਹ ਸਾਰਾ ਕੇਸ ਕੋਰਟ 'ਚ ਵੀ ਚਲਾ ਗਿਆ, ਪਰ ਉਹ ਵੱਡੀ ਕੰਪਨੀਆਂ ਦੀ ਕਾਨੂੰਨੀ ਸਮਝ ਦੇ ਅੱਗੇ ਕਿਸਾਨਾਂ ਦੀ ਕਾਨੂੰਨੀ ਸਮਝ ਕੰਮ ਨਾ ਆਈ ਤੇ ਉਹ ਕੰਪਨੀ ਨੇ ਕਿਸਾਨਾਂ ਨੂੰ ਹੀ ਸੂ ਕਰਤਾ। ਤੇ ਹੁਣ ਵੀ ਉਸੇ ਤਰੀਕੇ ਨਾਲ ਸਾਧਨਾਂ ਦੀ ਕਮੀ ਕਰਕੇ ਜਾਂ ਕਿਸੇ ਵੀ ਤਰੀਕੇ ਦੀ ਕਮੀ ਕਰਕੇ ਜੇ ਸਾਡੇ ਕਿਸਾਨਾਂ ਤੋਂ ਉਹ ਕੰਟਰੈਕਟ ਮੁਤਾਬਕ ਫਸਲ ਮੇਨਟੇਨ ਨਾ ਹੋਈ ਤਾਂ ਸਰਕਾਰ ਦੀ ਜ਼ਿੰਮੇਵਾਰੀ ਤੋਂ ਬਿਨਾਂ ਕਿਸਾਨ ਕਿੱਥੇ ਜਾਊਗਾ। ਤੇ ਤੀਜੇ ਆਰਡੀਨੈਂਸ ਦਾ ਸਾਡੇ ਕਿਸਾਨਾਂ ਤੇ ਘੱਟ ਸਾਡੇ ਆਮ ਲੋਕਾਂ ਤੇ ਬਹੁਤ ਹੀ ਜ਼ਿਆਦਾ ਫਰਕ ਪਊਗਾ। ਉਸ ਮੁਤਾਬਕ ਕੋਈ ਵੀ ਖਰੀਦਦਾਰ ਜਿੰਨੀ ਮਰਜ਼ੀ ਫਸਲ ਖਰੀਦ ਕੇ ਜਿੰਨੀ ਮਰਜ਼ੀ ਸਟੋਰ ਕਰ ਸਕਦਾ, ਮਤਲਬ ਜਿਹਦੇ ਕੋਲ ਜਿੰਨਾ ਜ਼ਿਆਦਾ ਪੈਸਾ ਉਹ ਉਨੀ ਜ਼ਿਆਦਾ ਫਸਲ ਖਰੀਦ ਕੇ ਉਨੀ ਜ਼ਿਆਦਾ ਸਟੋਰ ਕਰ ਲੂਗਾ। ਤੇ ਜਦੋਂ ਉਸ ਚੀਜ਼ ਦੀ ਸ਼ਾਰਟੇਜ ਆਈ ਤਾਂ ਆਪਣੀ ਮਰਜ਼ੀ ਦੇ ਮੁੱਲ ਲਾ ਕੇ ਉਹਨੂੰ ਵੇਚੂਗਾ। ਜਿਵੇਂ ਅੱਜ ਕੱਲ੍ਹ ਆਪਾਂ ਆਮ ਹੀ ਦੇਖਦੇ ਹਾਂ ਕਿ ਸਾਲ ਦੇ ਵਿੱਚ 1 ਜਾਂ 2 ਵਾਰੀ ਟਮਾਟਰ ਜਾਂ ਪਿਆਜ਼, ਸਪੈਸ਼ਲੀ ਪਿਆਜ਼ ਜਾਂ ਆਲੂ, ਇਹਨਾਂ ਦੇ ਰੇਟ ਇੱਕਦਮ ਹੀ ਬਹੁਤ ਹੀ ਜ਼ਿਆਦਾ ਹਾਈ ਹੋ ਜਾਂਦੇ ਨੇ। ਉਹਦਾ ਰੀਜ਼ਨ ਇਹੀ ਹੁੰਦਾ ਕਿ ਕੁਝ ਵਪਾਰੀ ਉਹਨੂੰ ਸਟੋਰ ਕਰ ਲੈਂਦੇ ਆ, ਜਦੋਂ ਸਾਰੇ ਪਾਸੇ ਸ਼ਾਰਟੇਜ ਆ ਜਾਂਦੀ ਆ ਤਾਂ ਮਰਜ਼ੀ ਦੇ ਮੁੱਲ ਨਾਲ ਵੇਚਦੇ ਆ। ਪਰ ਅੱਜ ਸਾਡੇ ਕੋਲ ਕਾਨੂੰਨ ਦਾ ਸਹਾਰਾ ਹੁੰਦਾ, ਕਿਉਂਕਿ ਕਾਨੂੰਨ ਉਹਨਾਂ 'ਤੇ ਛਾਪੇ ਮਾਰਦਾ, ਉਹਨਾਂ ਦੇ ਸਟੋਰਾਂ 'ਤੇ ਛਾਪੇ ਮਾਰਦਾ, ਤਾਂ ਫਿਰ ਉਹ ਚੀਜ਼ਾਂ ਨੂੰ ਰਿਲੀਜ਼ ਕਰ ਦਿੰਦੇ ਆ, ਜਾਂ ਇਦਾਂ ਕਰਨ ਤੋਂ ਹਰੇਕ ਬੰਦਾ ਡਰਦਾ। ਪਰ ਜਦੋਂ ਸਰਕਾਰ ਹੀ ਇਹ ਕਾਨੂੰਨ ਬਣਾ ਦੂਗੀ, ਇਹ ਚੀਜ਼ਾਂ ਕਰ ਦੂਗੀ, ਤਾਂ ਮਹਿੰਗਾਈ, ਆਮ ਖਾਣ ਪੀਣ ਦੀ ਚੀਜ਼ਾਂ ਦੀ ਮਹਿੰਗਾਈ ਕਿਸ ਲੈਵਲ ਤੇ ਜਾਊਗੀ ਅਸੀਂ ਆਪ ਸੋਚ ਸਕਦੇ ਹਾਂ। ਤੇ ਰਾਜਨੀਤਿਕ ਪੱਧਰ ਤੇ ਭਾਰਤ ਦੀ ਇਹ ਤਰਾਸਦੀ ਕਹਿ ਸਕਦੇ ਹਾਂ ਕਿ ਮੋਦੀ ਸਰਕਾਰ ਪੂਰੀ ਬਹੁਮਤ ਦੇ ਨਾਲ 303 ਸੀਟਾਂ ਲੈ ਕੇ ਪੂਰੇ ਭਾਰਤ ਤੇ ਬੈਠੀ ਹੈ, ਜਿਹਦੇ ਲਈ ਉਹਨੂੰ ਕੋਈ ਵੀ ਬਿੱਲ ਪਾਸ ਕਰਨ ਦੇ ਲਈ ਕਿਸੇ ਵੀ ਹੋਰ ਨੇਤਾ, ਕਿਸੇ ਹੋਰ MP ਜਾਂ ਹੋਰ ਕਿਸੇ ਵੀ ਅਲਾਇੰਸ ਦੀ ਲੋੜ ਨਹੀਂ ਗੀ। ਉਹ ਕੋਈ ਵੀ ਬਿੱਲ ਆਪਣੇ ਆਪ ਹੀ ਪਾਸ ਕਰ ਸਕਦੀ ਹੈ। ਪਰ ਫਿਰ ਵੀ ਸਾਰੀਆਂ ਵੱਡੀਆਂ ਪਾਰਟੀਆਂ ਕੋਲੇ ਵਿਰੋਧ ਦੇ ਬਹੁਤ ਸਾਰੇ ਤਰੀਕੇ ਸੀ ਜੇ ਉਹ ਕਰਨਾ ਚਾਹੁੰਦੇ ਸੀ। ਜਿਵੇਂ ਕਾਂਗਰਸ ਕੋਲ ਲੈ ਲਓ, ਕਾਂਗਰਸ ਕੋਲੇ 51 MP ਨੇ, 4 ਰਾਜਾਂ 'ਚ ਉਹਨਾਂ ਦੀ ਸਰਕਾਰ ਆ, ਪਰ ਫਿਰ ਵੀ ਪੰਜਾਬ ਤੋਂ ਬਿਨਾਂ ਉਹ ਕਿਸੇ ਵੀ ਰਾਜ ਦੇ ਵਿੱਚ ਇਸ ਦਾ ਵਿਰੋਧ ਨਹੀਂ ਕਰ ਰਹੇ। ਸੰਸਦ ਦੇ ਵਿੱਚ ਕਿਸੇ ਵੀ MP ਨੇ ਵਿਰੋਧ ਨਹੀਂ ਕੀਤਾ। ਇਹ ਸਿਰਫ ਤੇ ਸਿਰਫ ਪੰਜਾਬ ਦੇ ਜਿਹੜੇ 6 MP ਸੀਗੇ ਉਹਨਾਂ ਨੇ ਪ੍ਰੋਟੈਸਟ ਕੀਤਾ, ਉਹਨਾਂ ਨੇ ਕਾਲੇ ਕੱਪੜੇ ਪਾਏ। ਹੋਰ ਕਿਸੇ ਵੀ MP ਨੇ ਕਿਸੇ ਵੀ ਰਾਜ ਤੋਂ ਕੋਈ ਵੀ ਵਿਰੋਧ ਨਹੀਂ ਨਜ਼ਰ ਆ ਰਿਹਾ। ਤੇ ਦੂਜੀ ਜੇ ਆਮ ਆਦਮੀ ਪਾਰਟੀ ਬਾਰੇ ਗੱਲ ਕਰੀਏ ਤਾਂ ਉਹਨਾਂ ਦੀ ਸਿਰਫ ਪੰਜਾਬ ਦੀ ਇਕਾਈ ਸੜਕਾਂ ਤੋਂ ਲੈ ਕੇ ਸੰਸਦ ਤੱਕ ਵਿਰੋਧ ਕਰ ਰਹੀ ਹੈ, ਜਿਹੜੀ ਕਿ ਬਹੁਤ ਹੀ ਚੰਗੀ ਗੱਲ ਆ। ਪਰ ਉਹਨਾਂ ਦੀ ਦਿੱਲੀ ਦੇ ਵਿੱਚ ਵੀ ਆਪਣੀ ਸਰਕਾਰ ਆ ਤੇ ਅਰਵਿੰਦ ਕੇਜਰੀਵਾਲ ਬਹੁਤ ਹੀ ਵੱਡਾ ਚਿਹਰਾ ਹੈ ਭਾਰਤ ਦੀ ਰਾਜਨੀਤੀ ਦਾ, ਜਿਹਦੇ ਵੱਲੋਂ ਖੁੱਲ੍ਹ ਕੇ ਕੋਈ ਵੀ ਵਿਰੋਧ ਨਹੀਂ ਕੀਤਾ ਗਿਆ, ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਗਈ। ਈਵਨ ਸੰਸਦ ਦੇ ਵਿੱਚ ਇਸ ਬਿੱਲ ਦੇ ਖਿਲਾਫ ਕੋਈ ਵੀ ਮਤਾ ਨਹੀਂ ਪਾਇਆ ਗਿਆ। ਤੇ ਤੀਜੇ ਨੰਬਰ ਦੇ ਉੱਤੇ ਪੰਜਾਬ ਬੇਸਡ ਅਕਾਲੀ ਦਲ ਪਾਰਟੀ, ਜਿਹਦਾ ਗੱਠਜੋੜਾ ਸਿੱਧਾ BJP ਦੇ ਨਾਲ, ਜਿਹੜੀ ਕਿ ਬਹੁਤ ਹੀ ਸ਼ਸ਼ੋਪੰਜ ਪਈ ਹੋਈ ਸੀ ਪਹਿਲਾਂ, ਪਰ ਬਾਅਦ 'ਚ ਹਰਸਿਮਰਤ ਬਾਦਲ ਨੇ ਅਸਤੀਫਾ ਦੇ ਕੇ ਸਿੱਧੇ ਤੌਰ 'ਤੇ ਇਸ ਚੀਜ਼ ਦਾ ਵਿਰੋਧ ਕੀਤਾ, ਜੋ ਕਿ ਸਹੀ ਮਾਇਨੇ ਦੇ ਵਿੱਚ ਵੀ ਵਿਰੋਧ ਮੰਨਿਆ ਜਾਊਗਾ, ਕਿਉਂਕਿ BJP ਹੀ ਇਹ ਬਿੱਲ ਨੂੰ ਲਾਗੂ ਕਰਨ ਲੱਗੀ ਸੀ। ਤੇ BJP ਦੀ ਕੋਈ ਕੈਬਨਿਟ ਮਿਨਿਸਟਰ ਅਗਰ ਅਸਤੀਫਾ ਦੇ ਦੇਵੇ ਤਾਂ ਬਹੁਤ ਵੱਡੀ ਗੱਲ ਆ ਭਾਰਤੀ ਰਾਜਨੀਤੀ ਦੇ ਵਿੱਚ। ਤੇ ਹੁਣ ਜੇ ਅਕਾਲੀ ਦਲ ਬਾਦਲ ਵਾਕਈ ਵਿਰੋਧ ਕਰ ਰਿਹਾ ਤੇ ਇਹ ਅਸਤੀਫਾ ਸਟੰਟ ਨਹੀਂ ਆ, ਤਾਂ ਅਕਾਲੀ ਦਲ ਨੂੰ ਇਹ ਵਿਰੋਧ ਨੂੰ ਅਸਲ ਮਾਇਨੇ ਦਿੰਦੇ ਹੋਏ, ਇਹਨੂੰ ਅੱਗੇ ਵਧਾਉਂਦੇ ਹੋਏ BJP ਦੇ ਨਾਲ ਅਲਾਇੰਸ ਤੋੜ ਦੇਣਾ ਚਾਹੀਦਾ। ਇਹ ਅਸਲ ਮਾਇਨੇ ਦੇ ਵਿੱਚ ਇਸ ਬਿੱਲ ਦਾ ਸਹੀ ਵਿਰੋਧ ਹੋਊਗਾ। ਇਸੇ ਕਰਕੇ ਗੋਲਮੋਲ ਜਿਹਾ ਮਾਮਲਾ ਇਹੀ ਸਮਝ ਆ ਰਿਹਾ ਕਿ 2022 ਦੇ ਵਿੱਚ ਪੰਜਾਬ ਦੇ ਵਿੱਚ ਇਲੈਕਸ਼ਨ ਨੇ ਤੇ ਪੰਜਾਬ ਦੇ ਕਿਸਾਨਾਂ ਨੇ ਹੀ ਸਭ ਤੋਂ ਜ਼ਿਆਦਾ ਰੌਲਾ ਪਾਇਆ, ਤੇ ਪੰਜਾਬ ਦੇ ਨੇਤਾ, ਰਾਜਨੇਤਾ ਜਾਂ ਪਾਰਟੀਆਂ ਇਹ ਚੀਜ਼ ਨੂੰ ਪ੍ਰੋਫਿਟ ਦੇ ਵਿੱਚ ਲੈਣ ਲਈ ਰੌਲਾ ਪਾ ਰਹੀਆਂ ਨੇ, ਪਰ ਇੰਡੀਆ ਲੈਵਲ 'ਤੇ ਕੋਈ ਵੀ ਅਸਲ ਤੌਰ 'ਤੇ ਵਿਰੋਧ ਨਹੀਂ ਕਰ ਰਿਹਾ। ਤੇ ਹਾਲੇ ਵੀ ਜੋ ਵੀ ਵਿਰੋਧ ਕਰ ਰਿਹਾ ਉਸ ਨੂੰ ਇਹਨਾਂ ਅਸਤੀਫਿਆਂ ਤੇ ਬੋਲਣ ਦੀ ਥਾਂ ਤੇ ਜਾਂ ਕਿਸੇ ਵੀ ਚੀਜ਼ ਤੇ ਬੋਲਣ ਦੀ ਥਾਂ ਤੇ MSP ਦੇ ਲੀਗਲ ਰਾਈਟ ਦੇ ਉੱਤੇ ਬੋਲਣਾ ਚਾਹੀਦਾ, ਚਾਹੇ ਉਹ ਸੰਸਦ 'ਚ, ਚਾਹੇ ਉਹ ਪ੍ਰੈਸ ਕਾਨਫਰੰਸ ਦੇ ਵਿੱਚ, ਚਾਹੇ ਉਹ TV ਤੇ ਚਾਹੇ ਉਹ ਸੋਸ਼ਲ ਮੀਡੀਆ ਦੇ ਉੱਤੇ। ਕਿਉਂਕਿ MSP ਦਾ ਜੇ ਲੀਗਲ ਰਾਈਟ ਕਿਸਾਨਾਂ ਦੇ ਹੱਥ ਲੱਗ ਜਾਂਦਾ ਤਾਂ ਕੋਈ ਵੀ ਖਰੀਦਦਾਰ, ਚਾਹੇ ਸਰਕਾਰੀ ਤੇ ਚਾਹੇ ਪ੍ਰਾਈਵੇਟ, ਉਹ ਆਪਣੀ ਮਨਮਰਜ਼ੀਆਂ ਨਹੀਂ ਕਰ ਪਾਊਗਾ। ਤੁਹਾਨੂੰ ਜੇ ਮੇਰੀ ਇਹ ਵੀਡੀਓ ਤੇ ਇਨਫੋਰਮੇਸ਼ਨ ਪਸੰਦ ਆਈ ਤਾਂ ਮੈਨੂੰ ਸਪੋਰਟ ਕਰਨ ਲਈ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ, ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਿਓ ਤਾਂ ਜੋ ਮੇਰੀਆਂ ਸਾਰੀਆਂ ਅਪਡੇਟ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਸਤਿ ਸ਼੍ਰੀ ਅਕਾਲ।